ਗੱਲ ਕਰਦੇ ਹਾਂ ਤਾਂ ਬਹਿਮਲ ਕਲਾਂ ਗੋਲੀ ਕਾਂਡ ਦੀ ਹਲੇ ਤੱਕ ਉਹਦਾ ਕੋਈ ਇਨਸਾਫ ਨਹੀਂ ਮਿਲਿਆ, ਕੋਈ ਉਸ 'ਤੇ ਗੱਲਬਾਤ ਨਹੀਂ ਹੋਈ, ਕੋਈ ਪੈਰਵਾਈ ਨਹੀਂ ਹੋ ਰਹੀ। ਦੋਸ਼ੀ ਜਿਹੜੇ ਆ ਜਦੋਂ ਕਟਹਿਰੇ ਦੇ ਵਿੱਚ ਖੜੇ ਹੋਣਗੇ ਉਦੋਂ ਇਨਸਾਫ ਹੋਵੇਗਾ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ 2017 ਦੇ ਵਿੱਚ, ਜਦੋਂ ਉਹਨੇ ਕਿਹਾ ਸੀ ਕਿ ਮੈਂ ਦੋਸ਼ੀਆਂ ਨੂੰ ਧੂ ਕੇ ਲੌਕਅਪ ਦੇ ਵਿੱਚ ਬੰਦ ਕਰਾਂਗਾ ਤੇ ਬਰਗਾੜੀ ਬਹਿਬਲ ਕਾਂਡ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਦਿਆਂਗਾ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਤਾਂ ਫਿਰ ਉਹਨਾਂ ਦੀ ਪਾਰਟੀ ਦੇ ਐਮਐਲਏ ਇਕੱਠੇ ਹੋਏ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਜੁੱਤੀਆਂ ਮਾਰਨੀਆਂ, ਲੋਕਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਤੇ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣ ਗਈ। ਹੁਣ ਸਮਾਂ ਹੈਗਾ ਇੱਕ ਇਮਤਿਹਾਨ ਦਾ। ਇਹ ਜੇ ਤਾਂ ਇਹਨਾਂ 30-40 ਦਿਨਾਂ ਦੇ ਵਿੱਚ ਕੋਈ ਫੈਸਲਾ ਲੈ ਗਈ ਚੰਨੀ ਸਰਕਾਰ ਤਾਂ ਬਹੁਤ ਚੰਗਾ ਹੋਵੇਗਾ, ਨਹੀਂ ਤਾਂ ਫਿਰ ਜਿਹੜੀ ਗੱਲ ਕਾਂਗਰਸੀਆਂ ਨੇ ਵਿਧਾਇਕਾਂ ਨੇ ਕਹੀ ਸੀ ਕਿ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਬਿਲਕੁਲ ਹੀ ਨਹੀਂ ਪਿੰਡਾਂ 'ਚ ਵੜਨ ਦੇਣਾ। ਇੱਕ ਪਾਸੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਕਿਸਾਨ ਵੀ ਕਹਿ ਰਹੇ ਨੇ ਕਿ ਜਿੰਨਾ ਟਾਈਮ ਸਾਡਾ ਹੱਲ ਨਹੀਂ ਹੁੰਦਾ ਉਹਨਾਂ ਟਾਈਮ ਅਸੀਂ ਪਿੰਡ ਦੇ ਵਿੱਚ ਅਲੌਸਮੈਂਟ ਕਰਤੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ, ਵੋਟਾਂ ਨਹੀਂ ਮੰਗਣ ਦੇਵਾਂਗੇ। ਤੇ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਾਂਗਾ, ਉਹ ਕਹਿੰਦਾ ਸੀ ਮੈਂ ਕਿਸਾਨਾਂ ਦੇ ਕੋਲ ਜਾਣਾ, ਤੇ ਮੈਂ ਗੱਲ ਕਹਿੰਦਾ ਕਿ ਉਹ ਪੰਜਾਬ ਦੀ ਅਗਵਾਈ ਕਰਨ। ਪੰਜਾਬ ਦੇ ਉਹ ਮੁੱਖ ਮੰਤਰੀ ਨੇ ਔਰ ਇੱਥੋਂ ਜਿੰਨੀਆਂ ਵੀ ਸੜਕਾਂ ਜਾਂਦੀਆਂ ਦਿੱਲੀ ਨੂੰ, ਉਹਨਾਂ ਸੜਕਾਂ ਦੇ ਉੱਤੇ ਕੇਵਲ ਤੇ ਕੇਵਲ ਉਸ ਦਿਨ ਆਮ ਲੋਕ, ਕਿਸਾਨ, ਮਜ਼ਦੂਰ ਜਾਂ ਮੁਲਾਜ਼ਮ, ਜਿੰਨੇ ਵੀ ਲੋਕ ਨੇ ਸਾਰੇ ਉਧਰ ਨੂੰ ਇੱਕ ਮੁਹਾਰ ਕਰ ਲੈਣ ਤਾਂ ਦਿੱਲੀ ਦੀ ਸਰਕਾਰ ਨੂੰ ਸਮਝ ਲੱਗ ਜਾਵੇ ਕਿ ਪੰਜਾਬ ਦੇ ਲੋਕ ਜਿਹੜੀ ਅਗਵਾਈ ਕਰ ਰਹੇ ਨੇ ਕਿਸਾਨ ਸੰਘਰਸ਼ ਦੀ, ਤੇ ਉਸ ਲਈ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ, 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ, ਤੇ ਇਹ ਜਿਹੜਾ ਸੰਘਰਸ਼ ਜਦੋਂ ਤੱਕ ਅਸੀਂ ਜਿੱਤ ਨਹੀਂ ਲੈਂਦੇ ਉਦੋਂ ਤੱਕ ਅਸੀਂ ਘਰਾਂ ਨੂੰ ਨਹੀਂ ਮੁੜਾਂਗੇ। ਤਮਾਮ ਉਹਨਾਂ ਮੁੱਦਿਆਂ ਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਮੌਜੂਦ ਨੇ, ਜਿਹੜੇ ਪਿਛਲੇ ਸਾਲਾਂ ਦੇ ਦੌਰਾਨ ਚੁੱਕੇ ਜਾ ਰਹੇ ਨੇ। ਪਾਰਟੀਆਂ ਸੱਤਾ ਦੇ ਵਿੱਚ ਆਉਂਦੀਆਂ ਨੇ ਤੇ ਪਰ ਉਹ ਮੁੱਦੇ ਕਿਤੇ ਹੱਲ ਹੁੰਦੇ ਨਜ਼ਰ ਨਹੀਂ ਆਏ। ਉਹਨਾਂ ਮੁੱਦਿਆਂ ਦੇ ਵਿੱਚੋਂ ਇੱਕ ਮੁੱਦਾ ਅਹਿਮ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਜਿਹੜੀ ਗੋਲੀ ਕਾਂਡ ਹੋਇਆ ਬਹਿਮਲ ਕਲਾਂ ਦਾ। ਤਾਂ ਉਹ ਸਾਰੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ। ਮਾਮ ਸਾਹਿਬ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੱਲ ਕਰਦੇ ਹਾਂ ਤਾਂ ਬਹਿਮਲ ਕਲਾਂ ਗੋਲੀ ਕਾਂਡ ਦੀ ਹਲੇ ਤੱਕ ਉਹਦਾ ਕੋਈ ਇਨਸਾਫ ਨਹੀਂ ਮਿਲਿਆ, ਕੋਈ ਉਸ 'ਤੇ ਗੱਲਬਾਤ ਨਹੀਂ ਹੋਈ, ਕੋਈ ਪੈਰਵਾਈ ਨਹੀਂ ਹੋ ਰਹੀ। ਦੇਖੋ, ਇਨਸਾਫ ਦੋਸ਼ੀਆਂ ਨੇ ਥੋੜ੍ਹਾ ਕਰਨਾ। ਹੁਣ ਤੱਕ ਤਾਂ ਜਿਨ੍ਹਾਂ ਨੂੰ ਅਸੀਂ ਦੋਸ਼ੀ ਕਹਿ ਰਹੇ ਹਾਂ ਉਹਨਾਂ ਕੋਲ ਅਸੀਂ ਇਨਸਾਫ ਮੰਗਦੇ ਰਹੇ ਹਾਂ। ਸੋ ਦੋਸ਼ੀ ਜਿਹੜੇ ਆ ਜਦੋਂ ਕਟਹਿਰੇ ਦੇ ਵਿੱਚ ਖੜੇ ਹੋਣਗੇ ਉਦੋਂ ਇਨਸਾਫ ਹੋਵੇਗਾ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ 2017 ਦੇ ਵਿੱਚ, ਜਦੋਂ ਉਹਨੇ ਕਿਹਾ ਸੀ ਕਿ ਮੈਂ ਦੋਸ਼ੀਆਂ ਨੂੰ ਧੂ ਕੇ ਲੌਕਅਪ ਦੇ ਵਿੱਚ ਬੰਦ ਕਰਾਂਗਾ ਤੇ ਬਰਗਾੜੀ ਬਹਿਬਲ ਕਾਂਡ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਦਿਆਂਗਾ। ਜਦੋਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਤਾਂ ਫਿਰ ਉਹਨਾਂ ਦੀ ਪਾਰਟੀ ਦੇ ਐਮਐਲਏ ਇਕੱਠੇ ਹੋਏ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਜੁੱਤੀਆਂ ਮਾਰਨੀਆਂ, ਲੋਕਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਤੇ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣ ਗਈ। ਅੱਜ ਜਦੋਂ ਚੰਨੀ ਦੀ ਸਰਕਾਰ ਬਣੀ ਹੈ ਤਾਂ ਉਹਨਾਂ ਦੇ ਸਾਹਮਣੇ ਵੀ ਸਭ ਤੋਂ ਵੱਡਾ ਸਵਾਲ ਇਹੋ ਹੀ ਹੋ ਰਿਹਾ ਹੈ ਕਿ ਉਹਨਾਂ ਦੀ ਪਾਰਟੀ ਦੇ ਹੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਵਾਲ ਉਠਾ ਰਹੇ ਨੇ ਕਿ ਅਸੀਂ ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾਉਣ ਵਾਸਤੇ ਕੋਈ ਬਗਾਵਤ ਨਹੀਂ ਸੀ ਕੀਤੀ। ਇਹ ਜਿਹੜੀ ਲੜਾਈ ਸੀ ਇਹ ਹੱਕ, ਸੱਚ ਤੇ ਨਿਆਂ ਲਈ ਪੰਜਾਬ ਦੇ ਮੁੱਦਿਆਂ ਦੀ ਲੜਾਈ ਸੀ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਲੜਾਈ ਸੀ। ਸੋ ਹੁਣ ਇਹਨਾਂ ਨੇ ਵੀ ਗਲਤੀ ਕੀਤੀ ਕਿ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਕਰਦੇ ਸੀ ਉਹਨਾਂ ਦਾ ਅਜੇ ਤੱਕ ਕੋਈ ਵੀ ਪ੍ਰੈਕਟੀਕਲ ਰੂਪ ਸਾਹਮਣੇ ਵਿੱਚ ਨਹੀਂ ਆਇਆ। ਸੋ ਮੈਂ ਮਹਿਸੂਸ ਕਰਦਾ ਕਿ ਭਾਵੇਂ ਦਿਨ 40 ਰਹਿ ਗਏ ਆ, ਨਵੀਂ ਸਰਕਾਰ ਜਿਹੜੀ ਚਰਨਜੀਤ ਸਿੰਘ ਚੰਨੀ ਦੀ ਬਣੀ ਹੈ, ਤੇ ਇਸ ਕਾਂਗਰਸ ਸਰਕਾਰ ਨੂੰ ਕਿਸੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੂੰਹ ਨਹੀਂ ਲਾਉਣਾ ਜਿਸ ਤਰੀਕੇ ਨਾਲ ਇਹਨਾਂ ਦਾ ਰਵੱਈਆ ਹੈ। ਕਿਉਂਕਿ ਹੋਰ ਜਿੰਨੇ ਮਸਲੇ ਹੱਲ ਮਰਜ਼ੀ ਕਰ ਲੈਣ, ਬਿਜਲੀ ਜਿੰਨੀ ਮਰਜ਼ੀ ਭਾਵੇਂ ਮੁਫਤ ਕਰ ਦੇਣ, ਭਾਵੇਂ ਪਾਣੀ ਮੁਫਤ ਕਰ ਦੇਣ, ਭਾਵੇਂ ਲੋਕਾਂ ਨੂੰ ਜਿੰਨੀਆਂ ਮਰਜ਼ੀ ਸਹੂਲਤਾਂ ਦੇ ਦੇਣ, ਲੇਕਿਨ ਪੰਜਾਬ ਦੇ ਲੋਕ ਇੱਕੋ ਹੀ ਸਵਾਲ ਉਠਾ ਰਹੇ ਨੇ ਕਿ ਤੁਸੀਂ ਉਹਨਾਂ ਦੋਸ਼ੀਆਂ ਦੇ ਅੱਗੇ ਬੇਵੱਸ ਕਿਉਂ ਹੋ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਸੱਟ ਮਾਰੀ। ਸੋ ਮੈਂ ਮਹਿਸੂਸ ਕਰਦਾ ਕਿ ਹੁਣ ਸਮਾਂ ਹੈਗਾ ਇੱਕ ਇਮਤਿਹਾਨ ਦਾ। ਇਹ ਜੇ ਤਾਂ ਇਹਨਾਂ 30-40 ਦਿਨਾਂ ਦੇ ਵਿੱਚ ਕੋਈ ਫੈਸਲਾ ਲੈ ਗਈ ਚੰਨੀ ਸਰਕਾਰ ਤਾਂ ਬਹੁਤ ਚੰਗਾ ਹੋਵੇਗਾ, ਨਹੀਂ ਤਾਂ ਫਿਰ ਜਿਹੜੀ ਗੱਲ ਕਾਂਗਰਸੀਆਂ ਨੇ ਵਿਧਾਇਕਾਂ ਨੇ ਕਹੀ ਸੀ ਕਿ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਬਿਲਕੁਲ ਹੀ ਨਹੀਂ ਪਿੰਡਾਂ 'ਚ ਵੜਨ ਦੇਣਾ ਇਹਨਾਂ ਨੂੰ। ਗੱਲ ਕਰਦੇ ਹਾਂ ਤਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਨਹੀਂ ਵੜਨ ਦੇਣਾ। ਇੱਕ ਪਾਸੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਕਿਸਾਨ ਵੀ ਕਹਿ ਰਹੇ ਨੇ ਕਿ ਜਿੰਨਾ ਟਾਈਮ ਸਾਡਾ ਹੱਲ ਨਹੀਂ ਹੁੰਦਾ ਉਹਨਾਂ ਟਾਈਮ ਅਸੀਂ ਪਿੰਡ ਦੇ ਵਿੱਚ ਅਲੌਸਮੈਂਟ ਕਰਤੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ, ਵੋਟਾਂ ਨਹੀਂ ਮੰਗਣ ਦੇਵਾਂਗੇ। ਦੇਖੋ, ਚਾਹੇ
ਕੇਂਦਰ ਦੀ ਹਕੂਮਤ ਦੇ ਵਿੱਚ ਬੈਠੇ ਮੰਤਰੀ ਹੋਣ, ਚਾਹੇ ਬਿਊਰੋਕਰੇਟ ਹੋਣ ਜਿਹੜੇ ਅਫਸਰਸ਼ਾਹੀ ਹੋਵੇ, ਤੇ ਚਾਹੇ ਮੀਡੀਆ ਹੋਵੇ, ਜਾਂ ਦੁਨੀਆ ਦਾ ਕੋਈ ਵੀ ਮਨੁੱਖ ਹੈ, ਉਹ ਜਿਹੜੀ ਵੀ ਰੋਟੀ ਖਾਂਦਾ ਹੈ, ਜਿਹੜਾ ਵੀ ਉਹ ਅੰਨ ਖਾਂਦਾ ਹੈ, ਉਹ ਕਿਸਾਨ ਹੀ ਬੀਜਦਾ। ਕਿਸਾਨ ਚਾਹੇ ਉਹ ਪੰਜਾਬ ਦਾ, ਚਾਹੇ ਹਰਿਆਣੇ ਦਾ, ਚਾਹੇ ਯੂਪੀ ਦਾ, ਚਾਹੇ ਕਿਸੇ ਵੀ ਸਟੇਟ ਦਾ ਹੈਗਾ, ਜਾਂ ਦੁਨੀਆ ਭਰ ਦੇ ਵਿੱਚ ਜਿਹੜਾ ਕਿਸਾਨ ਹੈ, ਜਿਸ ਤਰੀਕੇ ਦੇ ਨਾਲ ਬਾਹਰਲੇ ਦੇਸ਼ਾਂ ਦੇ ਵਿੱਚ ਕਿਸਾਨਾਂ ਨੂੰ ਸਤਿਕਾਰ ਮਿਲਦਾ, ਇੱਥੇ ਕਿਸਾਨਾਂ ਨੂੰ ਰੋਲਿਆ ਗਿਆ ਤੇ ਕਿਸਾਨ 1 ਸਾਲ ਤੋਂ ਰੋਲ ਰਹੇ ਨੇ। ਹੁਣ ਜਿਹੜਾ 26 ਨਵੰਬਰ ਨੂੰ ਕਿਸਾਨਾਂ ਨੂੰ 1 ਸਾਲ ਹੋ ਜਾਣਾ ਪੂਰਾ ਕਿ ਸੰਘਰਸ਼ ਲੜਦਿਆਂ ਹੋਇਆਂ, ਤੇ ਮੈਂ ਮਹਿਸੂਸ ਕਰਦਾ ਕਿ ਜਦੋਂ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਮਸਲਾ ਤਾਂ ਹੈਗਾ ਹੀ ਹੈਗਾ, ਲੇਕਿਨ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਸਾਹਮਣੇ ਵੀ ਸਭ ਤੋਂ ਵੱਡਾ ਸਵਾਲ ਹੈ। ਅੱਜ ਵੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਢੀਂਡਸਾ ਸਾਹਿਬ ਨੇ ਇਹੋ ਹੀ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਕਿਸਾਨ ਸੰਘਰਸ਼ ਸਾਡੇ ਵਾਸਤੇ ਸਭ ਤੋਂ ਅਹਿਮ ਹੈ, ਚੋਣਾਂ ਸੈਕੰਡਰੀ ਨੇ। ਸੋ ਜਦੋਂ ਤੱਕ ਅਸੀਂ ਕਿਸਾਨ ਸੰਘਰਸ਼ ਜਿੱਤ ਨਹੀਂ ਲੈਂਦੇ ਔਰ ਕਿਸਾਨਾਂ ਦੇ ਉੱਪਰ ਜਿਹੜੇ 3 ਕਾਲੇ ਕਾਨੂੰਨ ਥੋਪੇ ਗਏ ਨੇ ਉਹਨਾਂ ਨੂੰ ਰੱਦ ਨਹੀਂ ਕਰਵਾ ਲੈਂਦੇ, ਉਨੀ ਦੇਰ ਤੱਕ ਸਾਡੀ ਕੋਈ ਪੋਲਿਟਿਕਸ ਨਹੀਂ ਹੈਗੀ। ਸੋ ਮੈਂ ਮਹਿਸੂਸ ਕਰਦਾ ਕਿ ਆਉਂਦੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੀ ਕੈਬਨਿਟ ਨੂੰ ਜ਼ਰੂਰ ਅਹਿਸਾਸ ਹੋ ਜਾਵੇਗਾ ਕਿ ਜਿਉਂ ਕਿ ਜਿਹੜਾ ਆਉਣ ਵਾਲਾ ਸਮਾਂ ਹੈ, ਜਦੋਂ 1 ਸਾਲ ਬਾਅਦ 26 ਨਵੰਬਰ ਨੂੰ ਇਕੱਠ ਹੋਣਾ, ਤੇ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਾਂਗਾ, ਉਹ ਕਹਿੰਦਾ ਸੀ ਮੈਂ ਕਿਸਾਨਾਂ ਦੇ ਕੋਲ ਜਾਣਾ, ਤੇ ਮੈਂ ਗੱਲ ਕਹਿੰਦਾ ਕਿ ਉਹ ਪੰਜਾਬ ਦੀ ਅਗਵਾਈ ਕਰਨ, ਪੰਜਾਬ ਦੇ ਉਹ ਮੁੱਖ ਮੰਤਰੀ ਨੇ, ਔਰ ਇੱਥੋਂ ਜਿੰਨੀਆਂ ਵੀ ਸੜਕਾਂ ਜਾਂਦੀਆਂ ਦਿੱਲੀ ਨੂੰ, ਉਹਨਾਂ ਸੜਕਾਂ ਦੇ ਉੱਤੇ ਕੇਵਲ ਤੇ ਕੇਵਲ ਉਸ ਦਿਨ ਆਮ ਲੋਕ, ਕਿਸਾਨ, ਮਜ਼ਦੂਰ ਜਾਂ ਮੁਲਾਜ਼ਮ, ਜਿੰਨੇ ਵੀ ਲੋਕ ਨੇ ਸਾਰੇ ਉਧਰ ਨੂੰ ਇੱਕ ਮੁਹਾਰ ਕਰ ਲੈਣ ਤਾਂ ਦਿੱਲੀ ਦੀ ਸਰਕਾਰ ਨੂੰ ਸਮਝ ਲੱਗ ਜਾਵੇ ਕਿ ਪੰਜਾਬ ਦੇ ਲੋਕ ਜਿਹੜੀ ਅਗਵਾਈ ਕਰ ਰਹੇ ਨੇ ਕਿਸਾਨ ਸੰਘਰਸ਼ ਦੀ, ਤੇ ਉਸ ਲਈ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ, 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ, ਤੇ ਇਹ ਜਿਹੜਾ ਸੰਘਰਸ਼ ਜਦੋਂ ਤੱਕ ਅਸੀਂ ਜਿੱਤ ਨਹੀਂ ਲੈਂਦੇ ਉਦੋਂ ਤੱਕ ਅਸੀਂ ਘਰਾਣੇ ਨੂੰ ਨਹੀਂ ਮੁੜਾਂਗੇ। ਜੇ ਗੱਲ ਕਰੀਏ ਕਰਨੈਲ ਸਿੰਘ ਜੀ, ਬੇਅਦਬੀ ਦੇ ਮੁੱਦੇ ਤੇ ਫੇਰ ਆਉਣੇ ਆ। ਬੇਅਦਬੀ ਦੇ ਦੋਸ਼ੀਆਂ ਨੂੰ ਤੁਸੀਂ ਕਹਿ ਕਿ ਸਜ਼ਾ ਨਹੀਂ ਮਿਲੀ, ਬੇਅਦਬੀ ਦੇ ਦੋਸ਼ੀ ਬਾਹਰ ਘੁੰਮਦੇ ਫਿਰਦੇ ਨੇ, ਪਰ SIT ਸਿੱਟਾਂ ਬੜੀਆਂ ਬਣਦੀਆਂ ਨੇ, ਬੜੀਆਂ ਟੁੱਟ ਗਈਆਂ। ਕੁੰਵਰ ਵਿਜੇ ਪ੍ਰਤਾਪ ਵੀ ਆਏ, ਉਹਨਾਂ ਨੇ ਵੀ ਨਾਮ ਉਜਾਗਰ ਕਰੇ। ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਵੀ ਆਉਂਦੇ ਨੇ, ਉਹਨਾਂ ਨੇ ਵੀ ਨਾਮ ਉਜਾਗਰ ਕਰੇ। ਫਿਰ ਫੜੇ ਕਿਉਂ ਨਹੀਂ ਜਾਂਦੇ ਦੋਸ਼ੀ? ਦੇਖੋ, ਇਹ ਹਕੂਮਤ ਦਾ ਬਹੁਤ ਵੱਡਾ ਫੇਲੀਅਰ ਹੈ, ਤੇ ਹਕੂਮਤ ਜਿਹੜੀ ਵੀ ਬਣਦੀ ਰਹੀ ਹੈ ਹੁਣ ਤੱਕ, ਇਹ ਨਕਲੀ ਜਿਹੜੇ ਨਟੰਕੀ ਬਾਬੇ ਨੇ ਇਹਨਾਂ ਦੇ ਸਹਾਰੇ ਵੋਟਾਂ ਮੰਗਣ ਦੇ ਜਾਂ ਇੱਕ ਰੁਝਾਨ ਸੀ, ਉਸ ਦੇ ਵਿੱਚ ਸਾਰੀਆਂ ਪਾਰਟੀਆਂ ਲਿਬਰੇਟ ਰਹੀਆਂ ਨੇ। ਤੇ ਅੱਜ ਜਦੋਂ ਹੁਣ ਇੱਕ ਇਸ ਤਰ੍ਹਾਂ ਦਾ ਸਮਾਂ ਆ ਗਿਆ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਇੱਕੋ ਇੱਕ ਸਵਾਲ ਕਰ ਰਹੀ ਹੈ ਕਿ ਕਾਨੂੰਨ ਤੋਂ ਇਹ ਦੋਸ਼ੀ ਵੱਡੇ ਨੇ। ਜੇ ਤਾਂ ਵੱਡੇ ਨੇ ਤੇ ਫਿਰ ਤਾਂ ਕੋਈ ਗੱਲ ਨਹੀਂ, ਜੇ ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਂਦੇ ਨੇ, ਜੇ ਬਲਾਤਕਾਰ ਦੇ ਕੇਸ ਦੇ ਵਿੱਚ ਸਨਾਰੀਆ ਜੇਲ੍ਹ ਦੇ ਵਿੱਚ ਗੁਰਮੀਤ ਰਾਮ ਰਹੀਮ 2-2 3-3 ਸਜ਼ਾਵਾਂ ਕੱਟ ਰਿਹਾ, ਤਾਂ ਫਿਰ ਜਿਹੜੀ ਉਹਨੇ ਸਾਜ਼ਿਸ਼ ਰਚੀ ਜਾਂ ਉਸ ਦੇ ਵਿੱਚ ਕਿਹੜੀਆਂ ਪਾਰਟੀਆਂ ਸ਼ਾਮਲ ਸਨ, ਕਿਹਨਾਂ ਨੇ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਇਸ ਤਰ੍ਹਾਂ ਦੀ ਸਾਜ਼ਿਸ਼ ਰਚੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਉਹਨਾਂ ਨੂੰ ਅਦਬ ਸਤਿਕਾਰ ਭੁੱਲ ਗਿਆ, ਤੇ ਉਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਜਿਹੜੀ ਵੋਟ ਨਜ਼ਰ ਆਈ, ਉਹਨਾਂ ਵਿੱਚੋਂ ਜਿਹੜੇ ਪਖੰਡੀ ਸਨ, ਜਿਹੜੇ ਦੰਭੀ ਸਨ, ਜਿਹੜੇ ਕੁਕਰਮੀ ਸਨ। ਤੇ ਅੱਜ ਇਹੋ ਹੀ ਗੱਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਹਮਣੇ ਆ ਕਿ ਅਸੀਂ ਹਮ ਖਿਆਲ ਪਾਰਟੀਆਂ ਨੂੰ ਇਕੱਠਿਆਂ ਕਰ ਰਹੇ ਹਾਂ। ਅਸੀਂ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਰਹੇ ਹਾਂ ਜਿਹੜੇ ਕਹਿੰਦੇ ਸਾਨੂੰ ਪੰਜਾਬ ਦਾ ਦਰਦ ਹੈ, ਜਿਹੜੇ ਕਹਿੰਦੇ ਆ ਕਿ ਅਸੀਂ ਇੱਥੇ ਬੇਰੁਜ਼ਗਾਰੀ ਖਤਮ ਕਰਨੀ, ਜਿਹੜੇ ਕਹਿੰਦੇ ਨੇ ਕਿ ਅਸੀਂ ਇੱਥੇ ਹਜ਼ਾਰੇਦਾਰੀ ਖਤਮ ਕਰਨੀ, ਜਿਹੜੇ ਕਹਿੰਦੇ ਆ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਜਾਂ ਜਿਹੜਾ ਐਜੂਕੇਸ਼ਨਲ ਮਾਫੀਆ, ਤਰ੍ਹਾਂ ਦੇ ਮਾਫੀਏ ਖਤਮ ਕਰਨੇ ਆ। ਤੇ ਉਸ ਦੇ ਲਈ ਅਸੀਂ ਇੱਕ ਬਦਲ ਤਿਆਰ ਕਰ ਰਹੇ ਹਾਂ। ਉਸ ਬਦਲ ਦੇ ਵਿੱਚ ਇੱਕ ਜਿਹੜਾ ਅਸੀਂ ਫਰੰਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨੀਤੀਗਤ ਪ੍ਰੋਗਰਾਮ ਹੋਵੇਗਾ। ਮੈਂ ਤੁਹਾਨੂੰ ਇੱਕ ਹੋਰ ਬੜਾ ਵੱਡਾ ਦੱਸਣਾ ਚਾਹਾਂਗਾ ਕਿ ਹੁਣ ਤੱਕ ਜਿਹੜੇ ਚੋਣ ਮੈਨੀਫੈਸਟੋ ਬਣਦੇ ਰਹੇ ਆ, ਉਹ ਸਿਰਫ ਤੇ ਸਿਰਫ ਕਾਗਜ਼ਾਂ ਦੇ ਵਿੱਚ ਦਾਅਵੇ ਕੀਤੇ ਜਾਂਦੇ ਰਹੇ ਆ ਜਾਂ ਮੀਡੀਆ ਦੇ ਸਾਹਮਣੇ ਦਾਅਵੇ ਕੀਤੇ ਜਾਂਦੇ ਆ, ਲੇਕਿਨ ਅਸੀਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਡੀਆਂ ਸਮੁੱਚੀਆਂ ਜਿਹੜੀਆਂ ਸ਼ਖਸੀਅਤਾਂ ਨੇ ਜਾਂ ਗੱਠਜੋੜ ਦੇ ਵਿੱਚ ਸਮੁੱਚੀਆਂ ਪਾਰਟੀਆਂ ਨੇ, ਅਸੀਂ ਇੱਕ ਫੈਸਲਾ ਕਰ ਰਹੇ ਹਾਂ ਕਿ ਜਿਹੜਾ ਅਸੀਂ ਚੋਣ ਮੈਨੀਫੈਸਟੋ ਦਿਆਂਗੇ ਉਹ ਸਾਡਾ ਲੀਗਲ ਡਾਕੂਮੈਂਟ ਹੋਏਗਾ। ਜੇ ਅਸੀਂ ਉਹਦੇ ਤੋਂ ਕਿਤੇ ਪਾਸੇ ਜਾਵਾਂਗੇ ਤੇ ਅਸੀਂ ਸਜ਼ਾ ਦੇ ਹੱਕਦਾਰ ਹੋਵਾਂਗੇ। ਕਾਨੂੰਨੀ ਤੌਰ ਦੇ ਉੱਤੇ ਅਸੀਂ ਉਹਨੂੰ ਇੱਕ ਲੀਗਲ ਡਾਕੂਮੈਂਟ ਤਿਆਰ ਕਰਕੇ ਰੱਖ ਦਿਆਂਗੇ। ਜਦੋਂ ਮਰਜ਼ੀ ਉਸ ਦੇ ਉੱਤੇ ਇਕੱਲਾ ਸਵਾਲ ਹੀ ਨਹੀਂ, ਉਸ ਦੇ ਵਿੱਚ ਜਵਾਬਦੇਹ ਵੀ ਬਰਾਬਰ ਹੋਵਾਂਗੇ। ਸੋ ਮੈਂ ਮਹਿਸੂਸ ਕਰਦਾ ਕਿ ਆਉਂਦੇ ਦਿਨ ਜਿੱਥੇ ਭਾਵੇਂ ਬੜੇ ਹੀ ਇਸ ਵੇਲੇ ਸਸਪੈਂਸ ਵਾਲੇ ਨੇ, ਇਸ ਤਰ੍ਹਾਂ ਦੀ ਇੱਕ ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚੋਂ ਗੁਜ਼ਰ ਰਹੇ ਹਾਂ, ਪਰ ਪੰਜਾਬ ਨੂੰ ਅਸੀਂ ਇੱਕ ਮਜ਼ਬੂਤ ਬਦਲ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ
ਕਿਹਾ ਕਿ ਅਸੀਂ ਮਜ਼ਬੂਤ ਜਿਹੜਾ ਬਦਲ ਆ ਉਹ ਦੇਣਾ ਗਾ, ਪੰਜਾਬ ਨੂੰ ਜਿਹੜਾ ਮਜ਼ਬੂਤ ਬਦਲ ਦੇਣ ਦੀ ਕੋਸ਼ਿਸ਼ ਕਰਾਂਗੇ, ਇੱਕ ਡਾਕੂਮੈਂਟ ਹੋਏਗਾ ਸਾਡਾ ਜਿਹੜਾ ਲੀਗਲ। ਪਰ ਗੱਲ ਇੱਥੇ ਇਹ ਵੀ ਖੜੀ ਹੁੰਦੀ ਹੈ ਕਿ ਲੋਕ ਇਹ ਵੀ ਸਵਾਲ ਪੁੱਛਣਗੇ ਕਿ ਹੁਣ ਤੱਕ ਬਾਦਲਾਂ ਦੀ ਝੋਲੀ ਦੇ ਵਿੱਚ ਬੈਠੇ ਰਹੇ, ਹੁਣ ਤੱਕ ਅਕਾਲੀ ਦਲ ਬਾਦਲ ਦੇ ਨਾਲ ਰਹੇ, ਤੇ ਹੁਣ ਕਿਉਂ ਅੱਡ ਹੋ ਗਏ? ਦੇਖੋ, ਸ਼੍ਰੋਮਣੀ ਅਕਾਲੀ ਦਲ ਪਹਿਲਾਂ ਇੱਕ ਹੀ ਸੀ, ਲੇਕਿਨ ਜਦੋਂ ਉਹਦੇ ਉੱਤੇ ਪਰਿਵਾਰਵਾਦ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਪੰਥਕ ਨੀਤੀਆਂ ਤੋਂ ਹਟ ਕੇ ਬਾਦਲ ਦਲ ਜਿਹੜਾ ਹੈ ਉਹ ਸਿਰਫ ਤੇ ਸਿਰਫ ਪਰਿਵਾਰ ਦਾ ਦਲ ਬਣ ਗਿਆ, ਤਾਂ ਫਿਰ ਸਾਡਾ ਛੱਡਣਾ ਜਿਹੜਾ ਬਿਲਕੁਲ ਜਾਇਜ਼ ਸੀ। ਅੱਜ ਤੁਸੀਂ ਦੇਖੋ, ਅਸੀਂ ਜਿਹੜੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਨੇ ਪਿਛਲੇ ਦਿਨੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜੀਆਂ ਗਦਾਰੀਆਂ ਕੀਤੀਆਂ। ਅਸੀਂ ਉਹਨੂੰ ਇਹ ਗੱਲ ਕਹਿੰਦੇ ਕਿ ਇੱਕ ਪਰਿਵਾਰ ਤਾਂ ਗਦਾਰੀ ਕਰ ਸਕਦਾ, ਉਹ ਚਾਹੇ ਬਾਦਲ ਦਲ ਹੋਵੇ ਜਾਂ ਬਰਨਾਲਾ ਦਲ ਹੋਵੇ ਜਾਂ ਕੋਈ ਦਲ ਹੋਵੇ, ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵਿੱਚ ਬੜੇ ਟਕਸਾਲੀ ਜਥੇਦਾਰ ਨੇ, ਬੜੀਆਂ ਕੁਰਬਾਨੀਆਂ ਵਾਲੇ ਯੋਧੇ ਨੇ, ਜਿਨ੍ਹਾਂ ਨੇ ਬੜੇ ਸੰਘਰਸ਼ ਜਿੱਤੇ। ਇੱਥੇ ਜੈਤੋ ਦਾ ਮੋਰਚਾ, ਧਰਮਯੁੱਧ ਮੋਰਚੇ ਤੇ ਕਈ ਮੋਰਚੇ ਇੱਥੇ ਲੜੇ ਗਏ, ਔਰ ਉਹਨਾਂ ਮੋਰਚਿਆਂ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਵੀ ਹੋਈਆਂ। ਜੇ ਕਿਸੇ ਨੇ ਗਦਾਰੀ ਕੀਤੀ ਹੈ, ਚਾਹੇ ਉਹ ਲੌਂਗੋਵਾਲ ਸੀ, ਚਾਹੇ ਬਰਨਾਲਾ ਸੀ, ਚਾਹੇ ਮੌਜੂਦਾ ਸਮੇਂ ਦੇ ਵਿੱਚ ਬਾਦਲ ਪਰਿਵਾਰ ਹੈ, ਉਹਨਾਂ ਨੂੰ ਅੱਜ ਲੋਕ ਮੂੰਹ ਨਹੀਂ ਲਾ ਰਹੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਦੀ ਗੱਲ ਕਹਿਣੀ ਇਹ ਕਿਤੇ ਵੀ ਜਾਇਜ਼ ਨਹੀਂ। ਅਸੀਂ ਚੰਨੀ ਹੋਰਾਂ ਨੂੰ ਟਾਈਮ ਦਿੱਤਾ ਹੈ ਕਿ ਉਹ ਜਾਂ ਤਾਂ ਬਹੁਤ ਜਲਦੀ ਇਸ ਗੱਲ ਦਾ ਸਪਸ਼ਟੀਕਰਨ ਦੇਣ, ਮਾਫੀ ਮੰਗਣ, ਨਹੀਂ ਤਾਂ ਅਸੀਂ ਉਹਨਾਂ ਦੇ ਘਰ ਦਾ ਘਿਰਾਓ ਵੀ ਕਰਾਂਗੇ। ਕਿਹਾ ਕਿ ਅਸੀਂ ਉਹਨਾਂ ਦੇ ਘਰ ਦਾ ਘਿਰਾਓ ਕਰਾਂਗੇ, ਅਕਾਲੀ ਦਲ ਨੂੰ ਮਾੜਾ ਬੋਲਿਆ ਗਿਆ। ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਵੀ ਗੱਲ ਹੋਈ ਹੈ ਇਸ ਵਿਸ਼ੇ ਤੇ? ਦੇਖੋ, ਮਾਨ ਸਾਹਿਬ ਵੀ ਇਹ ਮਹਿਸੂਸ ਕਰਦੇ ਨੇ। ਮਾਨ ਸਾਹਿਬ ਕੱਲ੍ਹ ਚੰਨੀ ਨੂੰ ਮਿਲ ਕੇ ਵੀ ਗਏ ਨੇ। ਹੋ ਸਕਦਾ ਉਹਨਾਂ ਨੇ ਇਹ ਗੱਲ ਕੀਤੀ ਹੋਵੇ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਰਗੀ ਇੱਕ ਏਡੀ ਮਹਾਨ ਜਿਹੜੀ ਸੰਸਥਾ ਹੈ ਉਸ ਨੂੰ ਤੁਸੀਂ ਕਿਵੇਂ ਮਾੜਾ ਕਹਿ ਸਕਦੇ ਹੋ? ਤੁਸੀਂ ਵਿਅਕਤੀਗਤ, ਸਾਨੂੰ ਵੀ ਪਤਾ ਹੈ ਕਿ ਚੰਨੀ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਾੜਾ ਨਹੀਂ ਕਹਿ ਸਕਦਾ, ਪਰ ਉਹਦੇ ਮੂੰਹ ਦੇ ਵਿੱਚੋਂ ਜਿਹੜੀਆਂ ਗੱਲਾਂ ਨਿਕਲੀਆਂ ਨੇ ਲੋਕਾਂ ਨੇ ਉਹ ਸੁਣੀਆਂ ਨੇ। ਅਸੀਂ ਉਹਦਾ ਸਪਸ਼ਟੀਕਰਨ ਮੰਗ ਰਹੇ ਹਾਂ। ਤੁਹਾਨੂੰ ਕੀ ਲੱਗਦਾ ਕਿਸ ਨੂੰ ਕਿਹਾ ਹੋਣਾ? ਉਹ ਦੇਖੋ ਜੀ, ਇੱਕੋ ਹੀ ਹੈ, ਬਾਦਲਾਂ ਨੂੰ, ਜਿਨ੍ਹਾਂ ਨੂੰ ਰੋਜ਼ ਗਾਲਾਂ ਪੈ ਰਹੀਆਂ ਨੇ। ਇਕੱਲਾ ਉਹ ਨਹੀਂ ਕਹਿ ਰਹੇ, ਬਹੁਤ ਸਾਰੇ ਕਹਿ ਰਹੇ ਨੇ। ਸੋ ਮੈਂ ਮਹਿਸੂਸ ਕਰਦਾ ਕਿ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ, ਜਿਨ੍ਹਾਂ ਨੇ ਪੰਥ ਦੇ ਨਾਂ ਦੇ ਉੱਤੇ ਧੋਖੇ ਕੀਤੇ ਆ, ਜਾਂ ਦੰਭੀ ਪਖੰਡੀ ਲੋਕਾਂ ਨੂੰ ਸ਼ਰਨ ਦਿੱਤੀ ਹੈ, ਜਾਂ ਉਹਨਾਂ ਦੀ ਸ਼ਰਨ ਦੇ ਵਿੱਚ ਰਹੇ ਨੇ, ਇਹ ਉਹਨਾਂ ਲੋਕਾਂ ਦੇ ਉੱਤੇ ਤਾਂ ਉਂਗਲ ਉਠਾਈ ਜਾ ਸਕਦੀ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਮ ਵਰਕਰ ਹੈ, ਜਿਹੜਾ ਟਕਸਾਲੀ ਸੋਚ ਵਾਲੇ ਜਥੇਦਾਰ ਨੇ, ਉਹਨਾਂ ਨੇ ਤਾਂ ਸਿਰਫ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਦੇ ਵਿੱਚ ਹੀ ਗਏ ਨੇ। ਕਿਉਂਕਿ ਇੱਕ ਸਵਾਲ ਇਹ ਵੀ ਖੜਾ ਹੁੰਦਾ ਇੱਥੇ ਜੀ, ਪੀਰ ਮੁਹੰਮਦ ਜੀ ਇਹ ਗੱਲ ਕਰਦੇ ਆ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਬੇਸ਼ੱਕ ਈਡੀ ਨੇ ਫੜ ਲਿਆ, ਈਡੀ ਦੀ ਰੇਡ ਪੈ ਗਈ ਆ, ਪਰ ਉਹ ਇੱਕ ਵਾਰ ਆਪਦੀ ਪਾਰਟੀ ਅਲੱਗ ਤੋਂ ਬਣਾਉਂਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ। ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਵੀ ਕਰੀ ਹੈ ਕਿਤੇ ਨਾ ਕਿਤੇ ਜਾ ਕੇ ਸੁਖਪਾਲ ਸਿੰਘ ਖਹਿਰਾ ਨੇ। ਤਾਂ ਉਸ ਤੋਂ ਬਾਅਦ ਉਹ ਜਾ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਫੇਰ ਬੈਠ ਜਾਂਦੇ ਨੇ। ਕਿਤੇ ਇਹ ਨਾ ਹੋਵੇ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਜਿਤਾ ਦੇਣ ਤੇ ਫੇਰ ਜਾ ਕੇ ਉਹਨਾਂ ਪਾਰਟੀਆਂ ਦੇ ਨਾਲ ਹੱਥ ਮਿਲਾ ਲਓ। ਦੇਖੋ, ਜਿੱਥੋਂ ਤੱਕ ਖਹਿਰਾ ਸਾਹਿਬ ਦਾ ਸਵਾਲ ਹੈ, ਸਾਡੇ ਸਾਥੀ ਰਹੇ ਨੇ, ਪਰ ਉਹ ਡਿਸਪੁਆਇੰਟਡ ਹੋਏ ਰਹੇ ਪਿਛਲੇ ਦਿਨੀ। ਉਹਨਾਂ ਨੇ ਸਿਰਫ ਇੱਕ ਆਪਣੀ ਇੱਕ ਸੀਟ ਤੱਕ ਸੀਮਤ ਰਹਿ ਗਏ, ਜਿਸ ਕਰਕੇ ਅੱਜ ਈਡੀ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਦੇਸ਼ ਦੇ ਵਿੱਚ, ਜਿਹੜੇ ਕਾਨੂੰਨ ਬਣਾਏ ਗਏ ਆ, ਉਹਨਾਂ ਨੇ ਉਹਨੂੰ ਆਪਣੇ ਸਕੰਜੇ ਵਿੱਚ ਲਿਆ। ਪਰ ਸਾਡੀ ਹਮਦਰਦੀ ਫਿਰ ਵੀ ਸੁਖਪਾਲ ਸਿੰਘ ਖਹਿਰਾ ਨਾਲ ਨੇ। ਉਹਨਾਂ ਹੱਕ ਸੱਚ ਦੇ ਨਿਆਂ ਲਈ ਜਿਹੜੀਆਂ ਗੱਲਾਂ ਕੀਤੀਆਂ ਨੇ, ਜੇਕਰ ਕਿਤੇ ਉਹਦੇ ਤੇ ਖੜੇ ਰਹਿੰਦੇ, ਤੇ ਅੱਜ ਜੇਕਰ ਈਡੀ ਨੇ ਉਹਨਾਂ ਦੇ ਉੱਤੇ, ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਉਹਨਾਂ ਦਾ ਪਰਿਵਾਰ ਕਹਿ ਰਿਹਾ, ਤੇ ਅੱਜ ਪੰਜਾਬ ਦੀਆਂ ਇਕੱਲੀਆਂ ਪੰਥਕ ਜਥੇਬੰਦੀਆਂ ਹੀ ਨਹੀਂ, ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਸਮਰਥਨ ਵਿੱਚ ਹੋਣਾ ਸੀ। ਫਿਰ ਅਸੀਂ ਹੁਣ ਵੀ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਭਾਵੇਂ ਉਹ ਕਾਂਗਰਸੀ ਬਣ ਵੀ ਗਏ ਨੇ, ਪਰ ਕਾਂਗਰਸੀ ਕਲਚਰ ਹੋਵੇ, ਚਾਹੇ ਬੀਜੇਪੀ ਕਲਚਰ ਹੋਵੇ, ਚਾਹੇ ਹਿੰਦੂਤਵ ਜਿਹੜਾ ਇੱਥੇ ਆ, ਜਿਹੜਾ ਇੱਕ ਫਿਰਕੂ ਸੋਚ ਵਾਲਾ ਏਜੰਡਾ ਲੈ ਕੇ ਚੱਲ ਰਿਹਾ, ਉਹ ਕਿਸੇ ਵੀ ਇਸ ਤਰ੍ਹਾਂ ਦੇ ਪੰਜਾਬੀ ਨੂੰ ਜਾਂ ਇਸ ਤਰ੍ਹਾਂ ਦੇ ਸਿੱਖ ਨੂੰ ਬਰਦਾਸ਼ਤ ਨਹੀਂ ਕਰਦਾ ਜਿਹੜਾ ਹੱਕ ਸੱਚ ਤੇ ਨਿਆਂ ਦੀ ਗੱਲ ਕਰਦਾ ਰਿਹਾ ਹੋਵੇ। ਸੋ ਪਿਛਲੇ ਸਮੇਂ ਦੇ ਵਿੱਚ UAPA ਜਾਂ ਹੋਰ ਜਿਹੜੇ ਕਾਲੇ ਕਾਨੂੰਨ ਬਣੇ ਸੀ, ਉਹਨਾਂ ਦੇ ਵਿਰੁੱਧ ਸੁਖਪਾਲ ਸਿੰਘ ਖਹਿਰਾ ਬੜੀ ਡਟਵੀਂ ਆਵਾਜ਼ ਦੇ ਵਿੱਚ ਗੱਲ ਕਰਦੇ ਰਹੇ ਆ। ਵੱਖਰੀ ਗੱਲ ਹੈ ਕਿ ਅੱਜ ਉਹ ਕਾਂਗਰਸ ਦਾ ਇੱਕ ਹਿੱਸਾ ਬਣੇ ਨੇ, ਪਰ ਜਿਹੜੀ ਉਹਨਾਂ ਦੇ ਕੜਾ ਉਤਾਰਨ ਦੀ ਗੱਲ ਕੀਤੀ ਗਈ, ਉਹਨਾਂ ਦੇ ਬੇਟੇ ਜਿਹੜੇ, ਉਹਨਾਂ ਨੇ ਮਹਿਤਾਬ ਸਿੰਘ ਐਡਵੋਕੇਟ ਨੇ ਕਿਹਾ ਕਿ ਉਹ ਮੇਰੇ ਪਿਤਾ ਦਾ ਕੜਾ ਲਵਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਦੀ ਅਸੀਂ ਨਿੰਦਿਆ ਕਰਦੇ। ਅੱਜ ਢੀਂਡਸਾ ਸਾਹਿਬ ਨੇ ਵੀ ਨਿੰਦਿਆ ਕੀਤੀ, ਮੈਂ ਵੀ ਕਰਦਾ। ਔਰ ਇਹ ਸਾਡੇ ਜਿਹੜੇ 5 ਕਕਾਰ ਨੇ, ਉਹਨਾਂ ਦੇ ਵਿੱਚੋਂ ਕੜਾ ਸਭ ਤੋਂ ਇੱਕ ਬੜੀ ਵਿਸ਼ੇਸ਼ ਥਾਂ ਰੱਖਦਾ 5 ਕਕਾਰਾਂ ਦੇ ਵਿੱਚ। ਸੋ ਇਹ ਜਿਹੜਾ ਕੜਾ ਉਤਾਰਨਾ ਜਾਂ ਕੜੇ ਨੂੰ ਲਾਉਣ ਦੀ ਗੱਲ ਕਰਨੀ, ਇਹ ਕਦੇ ਵੀ ਬਰਦਾਸ਼ਤ ਨਹੀਂ ਹੋ ਸਕਦਾ। ਔਰ ਜਿਨ੍ਹਾਂ ਅਧਿਕਾਰੀਆਂ ਨੇ ਕੰਮ ਕੀਤਾ, ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਸੁਖਪਾਲ ਸਿੰਘ ਖਹਿਰਾ ਦਾ ਪਰਿਵਾਰ ਜਿਹੜਾ ਵੀ ਇਸ ਮਸਲੇ ਦੇ ਉੱਤੇ ਸੰਘਰਸ਼ ਕਰੇਗਾ, ਅਸੀਂ ਉਹਦਾ ਸਾਥ ਦੇਵਾਂਗੇ। ਇਸ ਤੋਂ ਬਾਅਦ ਜੇ ਆਪਾਂ ਜਾਂਦੇ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ 26 ਜਨਵਰੀ ਨੂੰ ਗਏ ਸੀ ਤਾਂ ਮੈਂ ਉਹਨਾਂ ਨੂੰ 2-2 ਲੱਖ ਰੁਪਇਆ ਦੇਵਾਂਗਾ।
ਦੇਖੋ ਉਹ ਚੰਨੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਜਦੋਂ 26 ਜਨਵਰੀ ਨੂੰ ਲਾਲ ਕਿਲੇ ਵੱਲ ਤਾਂ ਕੋਈ ਜਾਣ ਦਾ ਪ੍ਰੋਗਰਾਮ ਨਹੀਂ ਸੀ ਬਣਿਆ, ਪਹਿਲਾਂ ਇੱਕ ਕਿਸਾਨ ਸੰਘਰਸ਼ ਦੇ ਵਿੱਚ ਗਏ ਸੀ। ਜੇ ਅੱਗੇ ਜਾ ਕੇ ਨੀਤੀ ਬਣ ਗਈ ਤੇ ਉਸ ਨੀਤੀ ਤੋਂ ਕੁਝ ਕਿਸਾਨ ਆਗੂ ਵੀ ਪਿੱਛੇ ਹਟ ਗਏ ਜਾਂ ਉਹਨਾਂ ਨੂੰ ਇਕੱਲਿਆਂ ਛੱਡ ਦਿੱਤਾ, ਉਹਨਾਂ ਪਰਿਵਾਰਾਂ ਦਾ ਕੀ ਗੁਨਾਹ ਹੈ? ਉਹਨਾਂ ਜਿਨ੍ਹਾਂ ਦੇ ਨਵੇਂ ਟਰੈਕਟਰ ਸਨ ਜਿਹੜੇ ਉੱਥੇ ਅੱਜ ਵੀ ਫਸੇ ਹੋਏ ਨੇ ਸੈਂਕੜਿਆਂ ਦੀ ਤਾਦਾਦ 'ਚ, ਉਹਨਾਂ ਦਾ ਕੀ ਗੁਨਾਹ ਸੀ? ਮੈਂ ਕਹਿੰਦਾ ਚੰਨੀ ਸਰਕਾਰ ਦਾ ਇਹ ਬਹੁਤ ਸ਼ਲਾਘਾਯੋਗ ਫੈਸਲਾ ਜਿਹੜਾ ਕਿ ਉਹਨਾਂ ਨੇ ਕਿਸਾਨਾਂ ਨੂੰ 2-2 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ। ਇਹ ਰਾਸ਼ੀ ਵਧਾ ਕੇ 5 ਲੱਖ ਕਰਨੀ ਚਾਹੀਦੀ ਹੈ, ਕਿਉਂਕਿ ਛੋਟੇ ਤੋਂ ਛੋਟਾ ਟਰੈਕਟਰ ਵੀ ਜਿਹੜਾ ਉਹ 5-7 ਲੱਖ ਰੁਪਏ ਦਾ ਆਉਂਦਾ। ਲੇਕਿਨ ਜਿਹੜੇ ਟਰੈਕਟਰ ਉੱਥੇ 26 ਜਨਵਰੀ ਨੂੰ 1 ਸਾਲ ਪਹਿਲਾਂ ਫਸ ਗਏ ਲਾਲ ਕਿਲਾ ਦੇ ਚੱਕਰ ਦੇ ਵਿੱਚ, ਉਹ ਅੱਜ ਤੱਕ ਉੱਥੇ ਉਸੇ ਤਰ੍ਹਾਂ ਖੜੇ ਨੇ। ਉਹਨਾਂ ਦੇ ਟਾਇਰ ਗਲ ਗਏ, ਉਹਨਾਂ ਦੇ ਰਿਮ ਖਰਾਬ ਹੋ ਗਏ, ਉਹਨਾਂ ਦੇ ਇੰਜਣ ਖਰਾਬ ਹੋ ਗਏ, ਤੇ ਉਹ ਇੱਕ ਬੜਾ ਵੱਡਾ ਅਹਿਮ ਮਸਲਾ ਹੈ ਜਿਸ ਦੇ ਉੱਤੇ ਚੰਨੀ ਸਰਕਾਰ ਨੇ ਜੇ ਕੰਮ ਕੀਤਾ ਤਾਂ ਬੜੀ ਚੰਗੀ ਗੱਲ ਹੈ। ਤਾਂ ਬਹੁਤ ਬਹੁਤ ਧੰਨਵਾਦ। ਇਸ ਵਕਤ ਅਸੀਂ ਕਰਨੈਲ ਸਿੰਘ ਪੀਰ ਮੁਹੰਮਦ ਦੇ ਨਾਲ ਬੈਠੇ ਹੋਏ ਸੀ ਤਾਂ ਤਮਾਮ ਉਹਨਾਂ ਮੁੱਦਿਆਂ ਦੇ ਉੱਪਰ ਅੱਜ ਗੱਲਬਾਤ ਹੋਈ ਆ। ਇਸ ਤੋਂ ਬਾਅਦ ਵੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਲਗਾਤਾਰ ਜਾਰੀ ਰਹਿਣਗੀਆਂ। ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।